ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 9ਵਾਂ ਦੂਜੇ ਕਾਂਡ ਦਾ 10ਵਾਂ ਭਾਗ ਵਿਦਿਆ ਦੀਆਂ ਕਰਾਮਾਤਾਂ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤੀ ਭਾਵ ਤੋਂ ਸੱਖਣਾ ਗਿਆਨ ਖਤਰਨਾਕ ਵੀ ਬਣ ਸਕਦਾ ਹੈ। ਸੰਸਾਰ ਦੀ ਵਸੋਂ ਵਾਸਤੇ ਖਤਰਾ ਬਣੇ ਹੋਏ ਹਥਿਆਰਾਂ ਦਾ ਭੰਡਾਰ ਵਿਦਵਾਨ ਮਨੁੱਖ ਦੀ ਹੀ ਦੇਣ ਹੈ। ਸੱਚਾ ਪ੍ਰਭੂ ਭਗਤ ਵਿਦਵਾਨ ਸਰਲ ਸੁਭਾਅ ਅਤੇ ਨਿਸ਼ਕਪਟ ਹੁੰਦਾ ਹੈ। ਸਰਬੱਤ ਦੇ ਭਲੇ ਖਾਤਰ ਸਭ ਕੁਝ ਲੁਟਾ ਦੇਣ ਨੂੰ ਧਨ ਭਾਗ ਸਮਝਦਾ ਹੈ। ਨਿਰਭੈਤਾ ਨਾਲ ਸਚਾਈ ਤੇ ਅੜ ਖਲੋਂਦਾ ਹੈ। ਪਰ ਭਗਤੀ ਭਾਵ ਤੋਂ ਸੱਖਣਾ ਵਿਦਵਾਨ ਸਵਾਰਥੀ ਹੋਣ ਦੇ ਕਾਰਨ ਲੋਕਾਂ ਨੂੰ ਉੱਲੂ ਬਣਾ ਕੇ ਉਹਨਾਂ ਦੀ ਲੁੱਟ ਖਾਣ ਵਿੱਚ ਆਪਣੀ ਵਡਿਆਈ ਸਮਝਦਾ ਹੈ। ਦਲੀਲਾਂ ਦੇ ਸਕਣ ਦੀ ਸ਼ਕਤੀ ਨਾਲ ਆਪਣੇ ਅਪਰਾਧ ਨੂੰ ਪੁੰਨ ਕਰਮ ਸਾਬਤ ਕਰਨ ਵਿੱਚ ਖੁਸ਼ੀ ਅਨੁਭਵ ਕਰਦਾ ਹੈ। ਸੱਚਾਈ ਤੇ ਅੜ ਕੇ ਕੁਰਬਾਨ ਹੋ ਜਾਣ ਵਾਲੇ ਨੂੰ ਮੂਰਖ ਗਿਣਦਾ ਹੈ। ਹਾਲਾਤ ਦੇ ਅਨੁਸਾਰ ਆਪਣਾ ਰੰਗ ਵਟਾ ਕੇ ਠੱਗੀ ਦੀ ਕਿਰਤ ਚਮਕਾਈ ਰੱਖਣ ਨੂੰ ਧਰਮ ਸਮਝਦਾ ਹੈ। ਮਾਇਆ ਜੋੜਨ ਦੀ ਅਤੇ ਆਪਣੀ ਪ੍ਰਭੁਤਾ ਬਣਾਉਣ ਦੀ ਚਿੰਤਾ ਵਿੱਚ ਅੰਨਾ ਅਤੇ ਬੋਲਾ ਹੋ ਜਾਂਦਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ। ਪੰਨਾ 313। ਕਿਸੇ ਨਾਲ ਹੁੰਦਾ ਜ਼ੁਲਮ ਉਸ ਨੂੰ ਦਿਸਦਾ ਨਹੀਂ, ਭਾਵ ਅੰਨਾ, ਅਤੇ ਕਿਸੇ ਦੁਖਿਆਰੇ ਦੀ ਫਰਿਆਦ ਨੂੰ ਸੁਣ ਨਹੀਂ ਸਕਦਾ, ਭਾਵ ਬੋਲਾ। ਅਜਿਹੇ ਸਾਰੇ ਐਬ ਸਾਡੇ ਨਾਇਕ ਬਿੱਪਰ ਜੀ ਦੇ ਪ੍ਰਧਾਨ ਗੁਣ ਸਨ। ਆਪਣੀ ਪ੍ਰਭੁਤਾ ਦੇ ਸੂਰਜ ਨੂੰ ਸਦਾ ਲਈ ਸਿਖਰੀ ਰੱਖਣ ਵਾਸਤੇ ਚਪਲ ਬੁੱਧੀ ਮੁੱਢਲੇ ਅਥਵਾ ਆਦ ਬ੍ਰਾਹਮਣ ਨੇ ਆਪਣੀ ਵਿਦਿਆ ਦੀ ਭਰਪੂਰ ਵਰਤੋਂ ਕੀਤੀ। ਬੜੀ ਦੂਰ ਦ੍ਰਿਸ਼ਟੀ ਨਾਲ ਤਿਆਰ ਕੀਤੀ ਯੋਜਨਾ ਦੇ ਅਧੀਨ ਬੜੇ ਗੂੜ੍ਹ ਗਿਆਨ ਦੇ ਬੁਰਕੇ ਵਿੱਚ ਲਪੇਟੇ ਹੋਏ ਮਿਥਿਆਕਾਰ ਨੂੰ ਐਸੀ ਯੋਗਤਾ ਨਾਲ ਲਿਖਿਆ ਕਿ ਭਾਰਤ ਵਾਸੀ ਨੇ ਸੰਪੂਰਨ ਸੱਚ ਦਾ ਭੁਲੇਖਾ ਖਾ ਕੇ ਅਜਿਹੀ ਚੱਕਰੀ ਖਾਧੀ ਕਿ ਅੱਜ ਤੱਕ ਸੁਰਤ ਨਹੀਂ ਸਾਂਭੀ। ਪੰਜਾਬ ਵਿੱਚ ਇੱਕ ਅਖਾਣ ਹੈ ਕਿ ਕਿਸੇ ਦਾ ਤੇਲ ਨਹੀਂ ਬਲਦਾ, ਪਰ ਕਈਆਂ ਦਾ ਪਿਸ਼ਾਬ ਬਲਦਾ ਹੈ। ਬ੍ਰਾਹਮਣੀ ਗ੍ਰੰਥਾਂ ਦੀਆਂ ਲਿਖਤਾਂ ਸਾਬਤ ਕਰਦੀਆਂ ਹਨ ਕਿ ਹਜ਼ਾਰਾਂ ਸਾਲ ਪਹਿਲਾਂ ਦੇ ਬਿੱਪਰ ਦਾ ਭਾਵ ਆਦ ਬ੍ਰਾਹਮਣ ਦਾ ਲਿਖਿਆ ਝੂਠ ਅੱਜ ਸਾਇੰਸ ਦੇ ਯੁੱਗ ਵਿੱਚ ਵੀ ਪੂਜਿਆ ਜਾ ਰਿਹਾ ਹੈ। ਰਾਜਿਆਂ ਮਹਾਰਾਜਿਆਂ ਦੀ ਗੱਲ ਤਾਂ ਇੱਕ ਪਾਸੇ ਰਹੀ। ਰਾਮਚੰਦਰ, ਸ੍ਰੀ ਕ੍ਰਿਸ਼ਨ ਆਦਿਕ, ਜਿਨ੍ਹਾਂ ਨੂੰ ਸ੍ਰਿਸ਼ਟੀ ਦੇ ਕਰਤਾ ਤ੍ਰੈਲੋਕੀਨਾਥ ਮਨੁੱਖੀ ਜਾਮਾ ਧਾਰ ਕੇ ਆਇਆ ਪਰਮਾਤਮਾ ਕਿਹਾ, ਉਹਨਾਂ ਦਾ ਜਨਮ ਮਰਨ ਵੀ ਬ੍ਰਾਹਮਣ ਦੇ ਵਾਰ ਸਰਾਪ ਦੇ ਅਧੀਨ ਦਰਸਾਇਆ ਹੋਇਆ ਹੈ। ਭਗਵਾਨ ਰਾਮਚੰਦਰ ਜੀ ਅਤੇ ਉਹਨਾਂ ਦੇ 3 ਭਾਈਆਂ ਨੂੰ ਅੱਜ ਵੀ ਮਹਾਰਾਜਾ ਦਸ਼ਰਥ ਦੀ ਬਿੰਦੀ ਔਲਾਦ ਨਹੀਂ, ਸਗੋਂ ਬ੍ਰਾਹਮਣ ਦੇ ਹਵਨ ਕੁੰਡ ਵਿੱਚੋਂ ਨਿਕਲੇ ਅਗਨ ਦੇਵਤਾ ਦੀ ਖੀਰ ਦੀ ਗਰਾਹੀ ਤੋਂ ਗਰਭ ਵਿੱਚ ਆਏ ਫਿਲਮਾਂ ਦੁਆਰਾ ਦਰਸਾਇਆ ਜਾ ਰਿਹਾ ਹੈ। ਰਾਜਾ ਮਹਾਰਾਜਾ ਭਾਵੇਂ ਨਿਰੋਲ ਭੁਲੇਖੇ ਕਾਰਨ ਜੇ ਕਿਸੇ ਬ੍ਰਾਹਮਣ ਦੀ ਅਵੱਗਿਆ ਕਰਨ ਦੀ ਭੁੱਲ ਕਰ ਬੈਠਦਾ ਤਾਂ ਉਸ ਨੂੰ ਬ੍ਰਾਹਮਣ ਦੇ ਸਰਾਪ ਨਾਲ ਬੁਰੇ ਹਾਲੀ ਮਰਦਾ ਦਰਸਾਉਣ ਦਾ ਕਾਰਨ ਸਿਰਫ ਇਹੋ ਸੀ ਕਿ ਬ੍ਰਾਹਮਣ ਦੀ ਸ਼ਕਤੀ ਦਾ ਭੈ ਲੋਕਾਂ ਦੇ ਮਨਾਂ ਵਿੱਚ ਪੂਰੀ ਤਰ੍ਹਾਂ ਬੈਠ ਜਾਵੇ, ਤਾਂ ਜੋ ਕਿਸੇ ਵੀ ਹਾਲਤ ਵਿੱਚ ਕੋਈ ਮਨੁੱਖ ਬ੍ਰਾਹਮਣ ਦੀ ਅਵੱਗਿਆ ਕਰਨ ਦੀ ਭੁੱਲ ਨਾ ਕਰੇ। ਧਰਮ ਗ੍ਰੰਥਾਂ ਦੀਆਂ ਲਿਖਤਾਂ ਵਿੱਚ ਅਜਿਹੀ ਗਾਥਾ ਵੀ ਲਿਖੀ ਹੈ ਕਿ ਬ੍ਰਾਹਮਣ ਨੇ ਭਾਵੇਂ ਕਿੱਡਾ ਵੀ ਭਿਆਨਕ ਅਪਰਾਧ ਕੀਤਾ ਹੋਵੇ, ਉਸ ਨੂੰ ਵੱਡੇ ਤੋਂ ਵੱਡਾ ਸਮਰਾਟ ਕੋਈ ਦੰਡ ਸਜ਼ਾ ਨਹੀਂ ਸੀ ਦੇ ਸਕਦਾ। ਜਿਸ ਸ਼ਿਵਾਜੀ ਨੂੰ ਪ੍ਰਲੈ ਕਰਕੇ ਸੰਸਾਰ ਨੂੰ ਨਸ਼ਟ ਕਰ ਸਕਣ ਦੀ ਸ਼ਕਤੀ ਦਾ ਮਾਲਕ ਬ੍ਰਾਹਮਣ ਨੇ ਆਪ ਹੀ ਦੱਸਿਆ, ਉਸ ਦਾ ਪਾਰਬਤੀ ਨਾਲ ਰਿਸ਼ਤਾ ਬ੍ਰਾਹਮਣ ਨਾ ਜੋੜਦਾ ਤਾਂ ਸ਼ਾਇਦ ਉਹ ਭੋਲੇਨਾਥ ਜੀ ਅਣਵਿਆਹੇ ਹੀ ਰਹਿੰਦੇ। ਭਾਗਵਤ ਪੁਰਾਣ ਵਿੱਚ ਕ੍ਰਿਸ਼ਨ ਨੂੰ ਬ੍ਰਾਹਮਣ ਦੀ ਮਹਾਨਤਾ ਦੇ ਸੋਲੇ ਗਾਉਂਦਾ ਇਨ੍ਹਾਂ ਸ਼ਬਦਾਂ ਵਿੱਚ ਦਰਸਾਇਆ ਹੈ। ਬਿੱਪਰ ਦੋਖ ਜਿਨ ਕੋ ਕਰੋ, ਮਤ ਕੋ ਅੰਸ ਬਿੱਪਰ ਕੀ ਹਰੋ। ਮਨ ਸੰਕਲਪ ਕੀਓ ਜਿਨ ਰਾਖੋ, ਸਤ ਬਚਨ ਬ੍ਰਿਪ ਸੋ ਭਾਖੋ। ਬ੍ਰਿਪੈ ਦਿਓ ਫੇਰ ਸੋ ਲੇ, ਤਾਂ ਕੋ ਦੰਡ ਇਤੋ ਜਮ ਦੇ। ਬਿੱਪਰ ਕੇ ਸੇਵਕ ਭਏ ਰਹੀਏ, ਸਭ ਅਪਰਾਧ ਬਿੱਪਰ ਕੇ ਸਹੀਏ। ਬਿੱਪਰੇ ਮਾਨੇ ਸੋ ਮੁਹਿ ਮਾਨੇ, ਬਿੱਪਰ ਅਰ ਮੁਹ ਭਿੰਨ ਨਾ ਜਾਣੇ। ਸ੍ਰੀ ਮਦ ਭਾਗਵਤ ਪੁਰਾਣ ਸਕੰਦ 10ਵੀਂ ਅਧਿਆਇ 65। ਇਹ ਕੁਝ ਕਹਿਣ ਦੀ ਕ੍ਰਿਸ਼ਨ ਜੀ ਨੂੰ ਜਿਸ ਕਾਰਨ ਲੋੜ ਪਈ, ਉਸ ਘਟਨਾ ਦਾ ਵੇਰਵਾ ਭਾਗਵਤ ਪੁਰਾਣ ਵਿੱਚ ਲਿਖਿਆ ਹੈ। ਉਸ ਗਾਥਾ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ।
ਨਿੰਗਰ ਨਾਮੇ ਇੱਕ ਮਹਾਰਾਜਾ ਹਜ਼ਾਰਾਂ ਗਊਆਂ ਰੋਜ਼ ਦਾਨ ਕਰਦਾ ਹੁੰਦਾ ਸੀ। ਕਿਸੇ ਬ੍ਰਾਹਮਣ ਨੂੰ ਦਾਨ ਕੀਤੀ ਹੋਈ ਗਾਂ ਉਸ ਬ੍ਰਾਹਮਣ ਕੋਲੋਂ ਛੁੱਟ ਕੇ ਮੁੜ ਰਾਜੇ ਦੇ ਤਬੇਲੇ ਵਿੱਚ ਆ ਵੜੀ, ਜੋ ਭੁਲੇਖੇ ਨਾਲ ਅਗਲੇ ਦਿਨ ਰਾਜੇ ਨੇ ਕਿਸੇ ਹੋਰ ਬ੍ਰਾਹਮਣ ਨੂੰ ਦਾਨ ਕਰ ਦਿੱਤੀ। ਇਸ ਧਿੰਗਾਣੇ ਦੇ ਅਪਰਾਧ ਕਾਰਨ ਰਾਜੇ ਨੂੰ ਕਿਰਲਾ ਬਣ ਕੇ ਕਈ ਯੁੱਗ ਅੰਨੇ ਖੂਹ ਵਿੱਚ ਪਈ ਰਹਿਣਾ ਪਿਆ। ਦੁਆਪਰ ਯੁੱਗ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਪੋਤਰਿਆਂ ਨੇ ਉਸ ਕਿਰਲੇ ਨੂੰ ਦੇਖ ਲਿਆ ਅਤੇ ਕ੍ਰਿਸ਼ਨ ਨੂੰ ਜਾ ਦੱਸਿਆ। ਕ੍ਰਿਸ਼ਨ ਨੇ ਉਸ ਕਿਰਲੇ ਨੂੰ ਆਪਣੇ ਪੈਰ ਦੇ ਅੰਗੂਠੇ ਦੀ ਛੋਹ ਨਾਲ ਮੁੜ ਰਾਜਾ ਨਿਗਰ ਬਣਾ ਦਿੱਤਾ ਅਤੇ ਉਸ ਸਮੇਂ ਕ੍ਰਿਸ਼ਨ ਜੀ ਨੇ ਇਹ ਉਪਦੇਸ਼ ਉੱਥੇ ਜੁੜੇ ਲੋਕਾਂ ਨੂੰ ਦਿੱਤਾ ਸੀ ਕਿ ਕਿਸੇ ਬ੍ਰਾਹਮਣ ਨੂੰ ਕੀਤਾ ਹੋਇਆ ਦਾਨ ਕਿਸੇ ਵੀ ਭੁਲੇਖੇ ਨਾਲ ਵਾਪਸ ਨਹੀਂ ਹੋਣਾ ਚਾਹੀਦਾ। ਭਾਵੇਂ ਬ੍ਰਾਹਮਣ ਦੀ ਕਮਜ਼ੋਰੀ ਅਥਵਾ ਲਾਪਰਵਾਹੀ ਨਾਲ ਹੀ ਗਊ ਮੁੜ ਕੇ ਤਬੇਲੇ ਵਿੱਚ ਆਵੜੀ ਸੀ, ਪਰ ਦੋਸ਼ੀ ਹਰ ਹਾਲਤ ਵਿੱਚ ਰਾਜਾ ਹੀ ਸੀ। ਕਿਸੇ ਕਾਰਨ ਵੀ ਬ੍ਰਾਹਮਣ ਨੂੰ ਹੋ ਚੁੱਕਾ ਦਾਨ ਜੇ ਇੱਧਰ ਉੱਧਰ ਹੋ ਜਾਵੇ ਤਾਂ ਸਜ਼ਾ ਹਰ ਹਾਲਤ ਵਿੱਚ ਦਾਨੀ ਨੂੰ ਹੀ ਮਿਲੇਗੀ। ਉਪਰੋਕਤ ਚੌਪਈ ਉਸੇ ਉਪਦੇਸ਼ ਦਾ ਰੂਪਾਂਤਰ ਹੈ। ਅਜਿਹੀਆਂ ਹੋਰ ਲਿਖਤਾਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ। ਨੰਬਰ 1, ਰੁਕਮਣੀ ਕਿਸੇ ਬ੍ਰਾਹਮਣ ਲਾਗੀ ਦੇ ਹੱਥ ਕ੍ਰਿਸ਼ਨ ਕੋਲ ਸੁਨੇਹਾ ਭੇਜਦੀ ਹੈ ਕਿ ਕ੍ਰਿਸ਼ਨ ਛੇਤੀ ਨਾਲ ਆ ਕੇ ਜੇ ਉਸ ਰੁਕਮਣੀ ਨੂੰ ਨਾਲ ਨਾ ਲੈ ਗਿਆ ਤਾਂ ਉਸ ਦੀ ਸ਼ਾਦੀ ਸ਼ਿਸ਼ਪਾਲ ਦੇ ਨਾਲ ਕਰ ਦਿੱਤੀ ਜਾਣੀ ਹੈ। ਲਾਗੀ ਦੁਆਰਕਾ ਪੁੱਜਦਾ ਹੈ ਅਤੇ ਦੁਆਰਪਾਲ ਨੂੰ ਪੁੱਛ ਕੇ ਕ੍ਰਿਸ਼ਨ ਦੇ ਮਹੱਲਾਂ ਵਿੱਚ ਜਾ ਵੜਦਾ ਹੈ। ਇਸ ਲਾਗੀ ਬਾਰੇ ਜਦ ਕ੍ਰਿਸ਼ਨ ਨੂੰ ਇਹ ਪਤਾ ਲੱਗਦਾ ਹੈ ਕਿ ਉਹ ਬ੍ਰਾਹਮਣ ਹੈ ਤਾਂ ਕ੍ਰਿਸ਼ਨ ਲੰਮਾ ਪੈ ਕੇ ਉਸ ਨੂੰ ਡੰਡੌਤ ਕਰਦਾ ਹੈ ਅਤੇ ਉਸ ਦੇ ਪੈਰ ਧੋ ਕੇ ਪਾਣੀ ਨੂੰ ਪਵਿੱਤਰ ਚਰਨਾਮ੍ਰਿਤ ਵਜੋਂ ਪੀ ਲੈਂਦਾ ਹੈ। ਉਸ ਬ੍ਰਾਹਮਣ ਦੀ ਇਸ ਪ੍ਰਕਾਰ ਸੇਵਾ ਕਰਦਾ ਲਿਖਿਆ ਹੈ ਕਿ ਜਿਵੇਂ ਉਹ ਕ੍ਰਿਸ਼ਨ ਦਾ ਇਸ਼ਟ ਸੀ। ਫਿਰ ਕ੍ਰਿਸ਼ਨ ਉਸ ਲਾਗੀ ਬ੍ਰਾਹਮਣ ਨੂੰ ਆਪਣੇ ਪਲੰਗ ਤੇ ਸੁਲਾਉਂਦਾ ਹੈ। ਭਾਗਵਤ ਪੁਰਾਣ ਸਕੰਦ 10ਵਾਂ ਅਧਿਆਇ 53ਵਾਂ ਪੰਜਾਬੀ ਅਨੁਵਾਦ। ਅਜਿਹੀ ਕਹਾਣੀ ਘੜ ਕੇ ਧਰਮ ਗ੍ਰੰਥ ਵਿੱਚ ਲਿਖਣ ਤੋਂ ਲਾਭ ਸਵਾਏ ਬ੍ਰਾਹਮਣ ਦੇ ਹੋਰ ਕਿਸ ਨੂੰ ਪੁੱਜਣਾ ਸੀ। ਨੰਬਰ 2, ਬ੍ਰਹਮਾ ਜੀ ਆਪਣੇ ਪੁੱਤਰ ਨਾਰਦ ਨੂੰ ਦੱਸਦੇ ਹਨ ਕਿ ਸ਼ਿਵਾਂ ਦਾ ਰਿਸ਼ਤਾ ਗਿਰਜਾ ਅਥਵਾ ਪਾਰਬਤੀ ਨਾਲ ਬ੍ਰਾਹਮਣ ਨੇ ਜੋੜਿਆ ਸੀ। ਫਿਰ ਉਹਨਾਂ ਦਾ ਵਿਆਹ ਤਾਂ ਭਾਵੇਂ ਬ੍ਰਹਮਾ ਨੇ ਆਪ ਕਰਾਇਆ ਸੀ, ਪਰ ਨਵੇਂ ਵਿਆਹੇ ਜੋੜੇ ਸ਼ਿਵ ਪਾਰਬਤੀ ਨੂੰ ਗ੍ਰਸਥ ਜੀਵਨ ਦੀ ਸਿੱਖਿਆ ਬ੍ਰਾਹਮਣੀਆਂ ਨੇ ਦਿੱਤੀ ਸੀ। ਸ਼ਿਵ ਪੁਰਾਣ ਖੰਡ 3 ਅਧਿਆਇ 16ਵਾਂ 17ਵਾਂ ਅਤੇ 63। ਨੰਬਰ 3, ਵੀਡੀਓ ਰੀਲਾਂ ਰਾਹੀਂ ਦਿਖਲਾਈ ਗਈ ਰਮਾਇਣ ਗਾਥਾ ਵਿੱਚ ਚੱਕਰਵਰਤੀ ਮਹਾਰਾਜ ਦਸ਼ਰਥ ਨੂੰ ਵਸ਼ਿਸ਼ਟ ਅਤੇ ਫਿਰ ਸੁਰਿੰਗੀ ਰਿਸ਼ੀ ਦੋਵੇਂ ਬ੍ਰਾਹਮਣ ਦੇ ਆਸ਼ਰਮ ਤੇ ਨੰਗੇ ਪੈਰੀਂ ਜਾ ਕੇ ਪੁੱਤਰ ਦੀ ਦਾਤ ਲਈ ਹਾੜੇ ਕੱਢਦਾ ਵਿਖਾਇਆ ਹੋਇਆ ਹੈ। ਰਿਸ਼ੀ ਪ੍ਰਸੰਨ ਹੋ ਕੇ ਰਾਜੇ ਦੇ ਨਾਲ ਆ ਕੇ ਜੱਗ ਕਰਦਾ ਹੈ। ਜੱਗ ਦੇ ਹਵਨ ਕੁੰਡ ਵਿੱਚੋਂ ਅਗਨੀ ਦੇਵਤਾ ਹੱਥ ਵਿੱਚ ਖੀਰ ਦਾ ਕਟੋਰਾ ਲਈ ਪ੍ਰਗਟ ਹੁੰਦਾ ਹੈ ਅਤੇ ਰਾਜੇ ਨੂੰ ਦੇ ਕੇ ਕਹਿੰਦਾ ਹੈ ਕਿ ਰਾਣੀਆਂ ਨੂੰ ਖੀਰ ਖੁਆਏ, ਪੁੱਤਰਾਂ ਦਾ ਜਨਮ ਹੋਵੇਗਾ। ਸੁਮਿਤਰਾ ਰਾਣੀ 2 ਗ੍ਰਹੀਆਂ ਖੀਰ ਖਾ ਲੈਂਦੀ ਹੈ ਤਾਂ ਉਸ ਨੂੰ 2 ਕਾਕੇ ਲਛਮਣ ਤੇ ਸ਼ਤਰੂਘਨ ਜਨਮਦੇ ਹਨ। ਦੂਜੀਆਂ ਦੋਹਾਂ ਕੁਸ਼ਲਿਆ ਅਤੇ ਕੈਕਈ ਨੂੰ ਆਰਾਮ ਤੇ ਭਰਤ ਪੈਦਾ ਹੁੰਦੇ ਹਨ। ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਜੇ ਸਵਾਦ ਕਾਰਨ ਜਾਂ ਭੁਲੇਖੇ ਨਾਲ ਸੁਮਿਤਰਾ ਵਾਂਗ ਦੂਜੀਆਂ ਰਾਣੀਆਂ ਵੀ ਖੀਰ ਦੀਆਂ 2 ਜਾਂ ਵੱਧ ਬੁਰਕੀਆਂ ਖਾ ਲੈਂਦੀਆਂ ਤਾਂ ਕੀ ਭਾਣਾ ਵਾਪਰਦਾ। ਨੰਬਰ 4, ਦੁਨੀਆ ਵਿੱਚ ਹੋਰ ਜਿੰਨੇ ਵੀ ਪੈਗੰਬਰ ਹਜ਼ਰਤ ਮੁਹੰਮਦ, ਹਜ਼ਰਤ ਈਸਾ, ਹਜ਼ਰਤ ਮੂਸਾ ਆਦਿ ਹੋਏ ਹਨ, ਉਹਨਾਂ ਵਿੱਚੋਂ ਕਿਸੇ ਨੇ ਵੀ ਆਪਣੇ ਆਪ ਨੂੰ ਰੱਬ, ਖੁਦਾ, ਅੱਲਾ ਅਥਵਾ ਪਰਮਾਤਮਾ ਹੋਣਾ ਨਹੀਂ ਸੀ ਕਿਹਾ। ਰੱਬ ਦਾ ਸੁਨੇਹਾ ਦੇਣ ਆਏ ਅਥਵਾ ਰੱਬ ਦਾ ਬੇਟਾ ਹੋਣਾ ਕਹਿਣ ਤੱਕ ਹੀ ਰਹੇ ਸਨ। ਉਹਨਾਂ ਵਿੱਚੋਂ ਕਿਸੇ ਦਾ ਸਕੂਲੀ ਵਿਦਿਆ ਦੇ ਜੀਵਨ ਦਾ ਇਤਿਹਾਸ ਨਹੀਂ ਮਿਲਦਾ। ਗੁਰੂ ਨਾਨਕ ਦੇਵ ਜੀ ਥੋੜੇ ਸਮੇਂ ਵਾਸਤੇ ਆਪਣੇ ਪਿੰਡ ਦੇ ਹੀ ਪਾਂਧੇ ਅਥਵਾ ਮੌਲਵੀ ਕੋਲ ਜ਼ਰੂਰ ਗਏ ਸਨ, ਪਰ ਇੱਧਰ ਬ੍ਰਾਹਮਣ ਨੇ ਆਪ ਹੀ ਪ੍ਰਸਿੱਧ ਅਵਤਾਰਾਂ ਸ੍ਰੀ ਰਾਮਚੰਦਰ ਅਤੇ ਸ੍ਰੀ ਕ੍ਰਿਸ਼ਨ ਨੂੰ ਤਰਲੋਕੀ ਦੇ ਨਾਥ, ਸ੍ਰਿਸ਼ਟੀ ਦੇ ਕਰਤਾ ਅਤੇ ਕਣ ਕਣ ਵਿੱਚ ਸਮਾਏ ਹੋਣ ਵਾਲੇ ਵਿਸ਼ਨੂੰ ਵੀ ਕਿਹਾ ਅਤੇ ਲੋਕਾਂ ਕੋਲੋਂ ਵੀ ਕਹਾਇਆ ਸੀ। ਫਿਰ ਉਹਨਾਂ ਭਗਵਾਨਾਂ ਨੂੰ ਆਪਣੀ ਸਿਰਜਣਾ ਵਾਲੇ ਸੰਸਾਰ ਦੇ ਹਰ ਦੇਸ਼ ਦੀ ਬੋਲੀ ਅਥਵਾ
ਸੰਸਾਰੀ ਵਿਦਿਆ ਦੇ ਜਾਣਨਹਾਰ ਦੱਸਣ ਦੀ ਬਜਾਏ ਸਿਰਫ ਆਪਣਾ ਭੈ ਲੋਕਾਂ ਦੇ ਦਿਲਾਂ ਅੰਦਰ ਵਸਾਉਣ ਦੇ ਯਤਨ ਵਿੱਚ ਦੋਹਾਂ ਭਗਵਾਨਾਂ ਬਾਰੇ ਇਹ ਲਿਖਿਆ ਕਿ ਇਹਨਾਂ ਨੂੰ ਵਸ਼ਿਸ਼ਟ ਅਤੇ ਸੰਦੀਪਨ ਬ੍ਰਾਹਮਣ ਗੁਰੂਆਂ ਕੋਲ ਵਿਦਿਆ ਪੜ੍ਹਨ, ਰਾਜਨੀਤੀ ਅਤੇ ਸ਼ਸਤਰ ਵਿਦਿਆ ਆਦਿ ਸਿੱਖਣ ਲਈ ਮਹੱਲਾਂ ਦੇ ਸੁੱਖ ਅਤੇ ਮਾਪਿਆਂ ਦਾ ਪਿਆਰ ਤਿਆਗ ਕੇ ਦੂਰ ਜੰਗਲਾਂ ਵਿੱਚ ਰਹਿ ਕੇ ਕੰਦਮੂਲ ਖਾ ਕੇ ਧਰਤੀ ਤੇ ਸੌਣਾ ਪਿਆ। ਵਿਪਰ ਰਿਸ਼ੀਆਂ ਦੀ ਮੁੱਠੀ ਚਾਪੀ ਕਰਦਿਆਂ, ਆਸ਼ਰਮ ਦੀ ਸਫਾਈ ਕਰਦਿਆਂ, ਰਿਸ਼ੀ ਪਰਿਵਾਰਾਂ ਦੀ ਸੇਵਾ ਕਰਦਿਆਂ, ਪਸ਼ੂਆਂ ਦੀ ਸੇਵਾ ਸੰਭਾਲ ਕਰਦਿਆਂ ਅਤੇ ਜੰਗਲ ਵਿੱਚੋਂ ਬਾਲਣ ਚੁੱਕ ਕੇ ਲਿਆਉਣ ਜਿਹੀਆਂ ਬੁੱਤੀਆਂ ਕਰਦਿਆਂ ਅਤੇ ਬ੍ਰਾਹਮਣ ਦੀ ਕਰੜੀ ਸੇਵਾ ਕਰਦਿਆਂ ਇਹਨਾਂ ਦੋਹਾਂ ਈਸ਼ਵਰਾਂ ਨੂੰ ਸਾਰਾ ਬਾਲਪਨ ਬਤਾਉਂਦਿਆਂ ਦਰਸਾਇਆ ਹੈ। ਅਜਿਹਾ ਅਨਰਥ ਲਿਖਣ ਦੀ ਕਿਉਂ ਲੋੜ ਪਈ? ਇਹ ਸਾਬਤ ਕੀਤਾ ਕਿ ਬ੍ਰਾਹਮਣਾਂ ਦੀ ਕਿਰਪਾ ਤੋਂ ਬਿਨਾਂ ਕੋਈ ਅਵਤਾਰ ਨਾ ਜਨਮ ਲੈ ਸਕਦਾ ਹੈ ਅਤੇ ਨਾ ਹੀ ਇਹਨਾਂ ਤੋਂ ਵਿਦਿਆ ਸਿੱਖਣ ਤੋਂ ਬਿਨਾਂ ਦੁਨੀਆ ਵਿੱਚ ਇੱਜ਼ਤ ਮਾਣ ਵਾਲੀ ਜ਼ਿੰਦਗੀ ਕੱਟਣ ਜੋਗਾ ਬਣ ਸਕਦਾ ਹੈ। ਨੰਬਰ 5, ਰਾਮਾਇਣ ਦੀ ਬੜੀ ਪ੍ਰਸਿੱਧ ਕਥਾ ਹੈ ਕਿ ਯੁਵਰਾਜ ਦਸ਼ਰਥ ਨੇ ਜੰਗਲੀ ਜਾਨਵਰ ਦੀ ਆਵਾਜ਼ ਸਮਝ ਕੇ ਸ਼ਬਦ ਬੇਦੀ ਬਾਣ ਚਲਾ ਦਿੱਤਾ, ਜੋ ਅੰਨੇ ਮਾਤਾ ਪਿਤਾ ਦੇ ਇਕਲੌਤੇ ਪੁੱਤਰ ਸਰਵਣ ਨੂੰ ਜਾ ਲੱਗਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਯੁਵਰਾਜ ਕੁਮਾਰ ਨੂੰ ਬੜਾ ਦੁੱਖ ਹੋਇਆ ਤੇ ਉਸ ਨੇ ਅੰਨੇ ਮਾਤਾ ਪਿਤਾ ਨੂੰ ਆਪ ਹੀ ਇਸ ਦੁਖਦਾਈ ਦੁਰਘਟਨਾ ਬਾਰੇ ਜਾ ਦੱਸਿਆ ਅਤੇ ਹਾੜੇ ਕੱਢਦਿਆਂ ਖਿਮਾ ਮੰਗੀ, ਹਰ ਪ੍ਰਕਾਰ ਦਾ ਹਰਜਾਨਾ ਭਰਨਾ ਮੰਗਿਆ। ਪਰ ਉਸ ਬ੍ਰਾਹਮਣ ਰਿਖੀ ਨੇ ਜਰਾ ਤਰਸ ਨਾ ਖਾਧਾ ਅਤੇ ਦਸ਼ਰਥ ਨੂੰ ਸ਼ਰਾਪ ਦੇ ਦਿੱਤਾ ਕਿ ਉਹ ਵੀ ਪੁੱਤਰ ਵਿਜੋਗ ਵਿੱਚ ਤੜਫ ਤੜਫ ਕੇ ਮਰੇ। ਬਾਲ ਉਮਰ ਦੇ ਚੌਹਾਂ ਹੀ ਬੱਚਿਆਂ ਦੇ 20-25 ਸਾਲਾਂ ਦੇ ਲੰਬੇ ਸਮੇਂ ਲਈ ਪੜ੍ਹਨ ਵਾਸਤੇ ਜੰਗਲਾਂ ਵਿੱਚ ਭੇਜਣ ਦੇ ਵਿਛੋੜੇ ਦੀ ਪੀੜ ਨਾਲ ਤਾਂ ਦਸ਼ਰਥ ਨੂੰ ਮਰਦਾ ਨਾ ਵਿਖਾਲਿਆ, ਪਰ ਜਦੋਂ ਜਵਾਨ ਹੋ ਕੇ ਵਿਆਹੇ ਵਰੇ ਹੋਏ ਸਨ ਅਤੇ 2 ਭਰਤ ਅਤੇ ਸ਼ਤਰੂ ਆਪਣੇ ਨਾਨਕੇ ਗਏ ਹੋਏ ਸਨ, ਜਿਨ੍ਹਾਂ ਨੂੰ ਸੁਨੇਹਾ ਭੇਜ ਕੇ ਕਿਸੇ ਪਲ ਵੀ ਮੰਗਵਾਇਆ ਜਾ ਸਕਦਾ ਸੀ ਅਤੇ ਰਾਮ ਲక్ష్మణ ਨੂੰ ਵੀ ਜੰਗਲ ਵਿੱਚ ਜਾ ਕੇ ਉਸੇ ਤਰ੍ਹਾਂ ਮਿਲਿਆ ਜਾ ਸਕੀਦਾ ਸੀ ਜਿਵੇਂ ਭਰਤ ਜਾ ਮਿਲਿਆ ਸੀ। ਪਰ ਸਿਰਫ ਬ੍ਰਾਹਮਣ ਦੇ ਸ਼ਰਾਪ ਦਾ ਪੂਰਾ ਹੋ ਜਾਣ ਵਾਲਾ ਭਰਮ ਪੱਕਾ ਕਰਨ ਲਈ ਉਸ ਨਾਮ ਮਾਤਰ ਵਿਛੋੜੇ ਕਾਰਨ ਦਸ਼ਰਥ ਨੂੰ ਤੜਫ ਤੜਫ ਕੇ ਮਰਦਾ ਦਰਸਾਇਆ। ਨੰਬਰ 6, ਮਹਾਭਾਰਤ ਵਿੱਚ ਵੀ ਇੱਕ ਅਜਿਹੀ ਹੀ ਪਰ ਬੜੀ ਅਸ਼ਲੀਲ ਗਾਥਾ ਹੈ। ਉੱਥੇ ਮਹਾਰਾਜ ਪਾਂਡੂ ਨੂੰ ਤੀਰ ਚਲਾਉਂਦਾ ਵਿਖਾਇਆ ਗਿਆ, ਪਰ ਇੱਥੇ ਮਹਾਰਾਜ ਪਾਂਡੂ ਨੂੰ ਕਿਸੇ ਆਵਾਜ਼ ਦੇ ਸੁਣਨ ਦਾ ਭੁਲੇਖਾ ਨਹੀਂ ਸੀ ਲੱਗਾ। ਉਸ ਨੂੰ ਬ੍ਰਾਹਮਣ ਰਿਖੀ ਦੀ ਪੰਗੇ ਲੈਣੀ ਅਸ਼ਲੀਲ ਕਰਾਮਾਤ ਦੇ ਕਾਰਨ ਧੋਖਾ ਲੱਗਾ ਸੀ। ਗਾਥਾ ਇਸ ਪ੍ਰਕਾਰ ਹੈ ਕਿ ਮਹਾਰਾਜ ਪਾਂਡੂ ਆਰਾਮ ਕਰਨ ਲਈ ਜੰਗਲ ਵਿੱਚ ਆਪਣੀਆਂ ਦੋਹਾਂ ਰਾਣੀਆਂ ਸਮੇਤ ਠਹਿਰਿਆ ਹੋਇਆ ਸੀ। ਕਮਿੰਦ ਰਿਖੀ ਦੀ ਕੁਟੀਆ ਵੀ ਕੋਲ ਹੀ ਸੀ, ਜਿਸ ਵਿੱਚ ਰਿਖੀ ਪਤਨੀ ਸਮੇਤ ਰਹਿੰਦਾ ਸੀ। ਰਾਜ ਪਰਿਵਾਰ ਉਹਨਾਂ ਦੇ ਦਰਸ਼ਨਾਂ ਨੂੰ ਕਈ ਵਾਰੀ ਗਿਆ ਅਤੇ ਰਿਖੀ ਜੋੜੇ ਕੋਲੋਂ ਅਸ਼ੀਰਵਾਦ ਵੀ ਲਈ। ਇੱਕ ਦਿਨ ਰਿਖੀ ਨੂੰ ਪੁੱਠੀ ਸ਼ਰਾਰਤ ਸੁੱਝੀ। ਮਹਾਰਾਜੇ ਦੇ ਡੇਰੇ ਦੀ ਪਰਵਾਹ ਨਾ ਕਰਦਿਆਂ ਆਪਣੀ ਪਤਨੀ ਨੂੰ ਸ਼ੇਰਨੀ ਬਣਾ ਲਿਆ ਅਤੇ ਆਪ ਸ਼ੇਰ ਬਣ ਕੇ ਉਸ ਨਾਲ ਕਾਮ ਕਰੀੜਾ ਕਰਨ ਵਿੱਚ ਰੁੱਝ ਗਿਆ। ਮਸਤੀ ਵਿੱਚ ਆਇਆ ਜੋੜਾ ਸ਼ੇਰਾਂ ਵਾਂਗ ਹੀ ਆਵਾਜ਼ਾਂ ਕੱਢਣ ਲੱਗ ਪਿਆ। ਸ਼ੇਰਾਂ ਦੀ ਗਰਜਨਾ ਸੁਣ ਕੇ ਰਾਣੀਆਂ ਡਰ ਗਈਆਂ। ਰਾਜੇ ਨੇ ਤੀਰ ਕਮਾਨ ਚੁੱਕਿਆ ਅਤੇ ਨਿਸ਼ਾਨਾ ਲੈ ਕੇ ਤੀਰ ਚਲਾ ਦਿੱਤਾ, ਜੋ ਦੋਹਾਂ ਦੇ ਵਿੱਚ ਦੀ ਪਾਰ ਹੋ ਗਿਆ। ਰਾਜੇ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਤੀਰ ਦੇ ਲੱਗਦਿਆਂ ਹੀ ਦੋਵੇਂ ਅਸਲੀ ਰੂਪ ਵਿੱਚ ਆ ਗਏ। ਮਰਦੇ ਹੋਏ ਉਸੇ ਰਿਸ਼ੀ ਨੇ, ਜਿਸ ਨੇ ਰਾਣੀਆਂ ਨੂੰ ਪੁੱਤਰਵਤੀ ਹੋਣ ਦਾ ਵਰ ਦਿੱਤਾ ਸੀ, ਆਪਣੇ ਸ਼ਰਾਪ ਦਾ ਮੁੜਵਾਂ ਬਾਣ ਰਾਜੇ ਤੇ ਚਲਾ ਦਿੱਤਾ ਕਿ ਜਦੋਂ ਵੀ ਰਾਜਾ ਆਪਣੀ ਪਤਨੀ ਨਾਲ ਭੋਗ ਕਰਨ ਲੱਗੇਗਾ ਤਾਂ ਉਸੇ ਛਿਣ ਉਸ ਦੀ ਮੌਤ ਹੋ ਜਾਵੇਗੀ। ਇਸ ਅਣਮਨੁੱਖੀ ਅਤੇ ਨਿਰਦਈ ਸ਼ਰਾਪ ਦੇ ਕਾਰਨ ਰਾਜੇ ਨੂੰ ਸੰਤਾਨਹੀਨ ਮਰਨ ਤੇ ਸਦਗਤੀ ਦੀ ਪ੍ਰਾਪਤੀ ਤੋਂ ਵਾਂਝੇ ਰਹਿਣ ਦਾ ਝੋਰਾ ਲੰਘ ਗਿਆ। ਆਖਰ ਮਹਾਰਾਣੀ ਕੁੰਤੀ ਦੁਆਰਾ 5 ਪਾਂਡਵ ਭਰਾ ਯੁਧਿਸ਼ਠਰ, ਭੀਮ, ਅਰਜੁਨ, ਨਕੁਲ ਤੇ ਸਹਿਦੇਵ ਬ੍ਰਾਹਮਣ ਰਿਸ਼ੀ ਦੁਰਭਾਸ਼ਾ ਦੇ ਮੰਤਰ ਦੇ ਜ਼ੋਰ ਨਾਲ ਹੀ ਜਨਮ ਦੇ ਦਰਸਾਏ। ਰਾਜੇ ਦੀ ਮੌਤ ਇੱਥੇ ਵੀ ਬੜੇ ਮੰਦੇ ਹਾਲੀ ਹੁੰਦੀ ਦਰਸਾ ਕੇ ਬ੍ਰਾਹਮਣ ਦੇ ਸ਼ਰਾਪ ਦੀ ਜੈ ਜੈਕਾਰ ਕੀਤੀ ਗਈ, ਤਾਂ ਜੋ ਬ੍ਰਾਹਮਣ ਦੇ ਕਿਸੇ ਗੰਦੇ ਤੋਂ ਗੰਦੇ ਰੰਗ ਵਿੱਚ ਭੰਗ ਪਾਉਣ ਦੀ ਦਲੇਰੀ ਉਥੋਂ ਦਾ ਰਾਜਾ ਵੀ ਨਾ ਕਰ ਸਕੇ। ਨੰਬਰ 7, ਯੁਧਿਸ਼ਠਰ ਅਤੇ ਦੁਰਯੋਧਨ ਵਿੱਚੋਂ ਇੱਕ ਨੂੰ ਯੁਵਰਾਜ ਚੁਣੇ ਜਾਣ ਵਾਸਤੇ
ਲੱਗੇ ਸ਼ਾਹੀ ਦਰਬਾਰ ਵਿੱਚ ਜਦ ਯੁਧਿਸ਼ਟਰ ਨੂੰ ਇੱਕ ਕਤਲ ਦੇ ਮੁਕੱਦਮੇ ਦਾ ਫੈਸਲਾ ਕਰਨ ਵਾਸਤੇ ਕਿਹਾ ਗਿਆ ਤਾਂ ਉਸ ਨੇ ਛਤਰੀ, ਵੈਸ਼ ਅਤੇ ਸ਼ੂਦਰ ਤਿੰਨਾਂ ਅਪਰਾਧੀਆਂ ਦੇ ਅਪਰਾਧ ਨਾਲੋਂ ਬ੍ਰਾਹਮਣ ਦਾ ਅਪਰਾਧ ਇੱਕ ਗਿਆਨੀ ਦਾ ਦੋਸ਼ ਹੋਣ ਕਰਕੇ ਬੜਾ ਭਿਆਨਕ ਅਤੇ ਦੂਜਿਆਂ ਨਾਲੋਂ ਹਰ ਪੱਖੋਂ ਵੱਧ ਹੋਣਾ ਦੱਸਿਆ। ਪਰ ਜਦ ਫੈਸਲਾ ਸੁਣਾਉਂਦਾ ਹੈ ਤਾਂ ਬਾਕੀ ਤਿੰਨਾਂ ਦੋਸ਼ੀਆਂ ਨੂੰ ਸਜ਼ਾ ਸੁਣਾ ਕੇ ਬ੍ਰਾਹਮਣ ਦੀ ਵਾਰੀ ਧਰਮਰਾਜ ਯੁਧਿਸ਼ਟਰ ਨੇ ਕਹਿ ਦਿੱਤਾ ਕਿ ਭਾਵੇਂ ਬ੍ਰਾਹਮਣ ਦਾ ਅਪਰਾਧ ਸਭ ਨਾਲੋਂ ਵੱਧ ਵੀ ਹੈ, ਪਰ ਕਿਉਂਕਿ ਉਹ ਬ੍ਰਾਹਮਣ ਹੈ, ਇਸ ਕਾਰਨ ਉਸ ਨੂੰ ਕੋਈ ਵੀ ਸਜ਼ਾ ਦੇ ਸਕਣਾ ਕਿਸੇ ਵੀ ਰਾਜੇ ਮਹਾਰਾਜੇ ਦੇ ਅਧਿਕਾਰ ਖੇਤਰ ਦੀ ਗੱਲ ਨਹੀਂ ਹੈ। ਨੰਬਰ 8 ਰਾਮਚਰਿਤਮਾਨਸ ਪੰਜਾਬੀ ਅਨੁਵਾਦ ਦੇ ਬਾਲਕਾਂਡ ਦੇ 120 ਸਫ਼ੇ ਤੇ ਗੋਸਵਾਮੀ ਤੁਲਸੀਦਾਸ ਨੇ ਵਿਪਰ ਦੀ ਅਪਾਰ ਸ਼ਕਤੀ ਦਾ ਵਰਣਨ ਇਉਂ ਕੀਤਾ ਹੈ। ਜਨਮ ਏਕ ਦੋਇ ਕਹੋ ਬਿਖਾਨੀ, ਸਾਵਧਾਨ ਸੁਨ ਸੁਮਤ ਭਵਾਨੀ, ਦਵਾਰ ਪਾਲ ਹਰ ਕਜੇ ਪ੍ਰੇ ਦੋ, ਜੈ ਅਰ ਵਿਜੇ ਜਾਨ ਸਭ ਕੋ। ਅਰਥ, ਹੇ ਸੁੰਦਰ ਬੁੱਧੀ ਵਾਲੀ ਭਵਾਨੀ, ਮੈਂ ਉਹਨਾਂ ਦੇ 1-2 ਜਨਮਾਂ ਦਾ ਵਰਣਨ ਕਰਦਾ ਹਾਂ। ਸਾਵਧਾਨ ਹੋ ਕੇ ਸੁਣ। ਭਗਵਾਨ ਦੇ ਜੈ ਅਤੇ ਵਿਜੇ 2 ਦਵਾਰਪਾਲ ਸਨ ਜਿਨ੍ਹਾਂ ਨੂੰ ਸਭ ਲੋਕ ਜਾਣਦੇ ਹਨ। ਵਿਪਰ, ਸਰਾਪ ਤੇ ਦੋਨੋਂ ਭਾਈ, ਤਾਮਸ ਅਸੁਰ ਦੇਹ 3 ਪਾਈ, ਕਨਕ ਕਸਿਪ ਅਰ ਹਾਟਕ ਲੋਚਨ, ਜਗਤ ਬਿਦਤ ਸੁਰਪਤ ਮਦ ਲੋਚਨ। ਅਰਥ, ਉਹਨਾਂ ਦੋਹਾਂ ਭਰਾਵਾਂ ਨੇ ਬ੍ਰਾਹਮਣ ਦੇ ਸਰਾਪ ਕਰਕੇ ਤਮੋਗੁਣੀ ਦੈਂਤਾਂ ਦਾ ਸਰੀਰ ਧਾਰਿਆ। ਇੱਕ ਦਾ ਨਾਮ ਹਿਰਣਕਸ਼ਪ ਤੇ ਦੂਸਰੇ ਦਾ ਨਾਮ ਹਿਰਣਾਸ਼। ਇਹ ਦੋਵੇਂ ਇੰਦਰ ਰਾਜੇ ਦੇ ਹੰਕਾਰ ਨੂੰ ਦੂਰ ਕਰਨ ਵਾਲੇ ਸਨ। ਵਿਜਈ ਸਮਰ ਬੀਰ ਬਖਿਆਤਾ, ਧਰ ਬਰਹਾ ਬਪ ਏਕ ਨਿਪਾਤਾ, ਹੋਏ ਨਰ ਹਰ ਦੂਸਰ ਪੁਨ ਮਾਰਾ, ਜਨ ਪ੍ਰਹਿਲਾਦ ਸੁਜਸ ਵਿਸਥਾਰਾ। ਅਰਥ, ਇਹ ਜਗਤ ਵਿੱਚ ਜਿੱਤ ਪਾਉਣ ਵਾਲੇ ਪ੍ਰਸਿੱਧ ਵੀਰ ਸਨ। ਹਿਰਣਾਸ਼ ਨੂੰ ਸੂਰ ਦਾ ਅਵਤਾਰ ਧਾਰ ਕੇ ਮਾਰਿਆ, ਫਿਰ ਨਰਸਿੰਘ ਰੂਪ ਧਾਰਨ ਕਰਕੇ ਹਿਰਣਕਸ਼ਪ ਨੂੰ ਮਾਰਿਆ ਤੇ ਪ੍ਰਹਿਲਾਦ ਦਾ ਜਸ ਫੈਲਾਇਆ। ਦੋਹਰਾ, ਭਏ ਨਿਸਾਚਰ ਜਾਏ ਤੈ, ਮਹਾਬੀਰ ਬਲਵਾਨ, ਕੁੰਭਕਰਨ ਰਾਵਣ ਸੁਭਟ, ਸੁਰ ਵਿਜਈ ਜਗ ਜਾਨ। ਅਰਥ, ਫਿਰ ਇਹ ਦੋਨੋਂ ਦੇਵਤਿਆਂ ਨੂੰ ਜਿੱਤਣ ਵਾਲੇ ਰਾਵਣ ਤੇ ਕੁੰਭਕਰਨ ਮਹਾਬਲੀ ਹੋਏ, ਜਿਨ੍ਹਾਂ ਨੂੰ ਸਾਰਾ ਸੰਸਾਰ ਜਾਣਦਾ ਹੈ। ਮੁਕਤ ਨਾ ਭਏ ਹਤੇ ਭਗਵਾਨਾ, 3 ਜਨਮ ਦਿਵਿਜ ਬਚਨ ਪਰਮਾਨਾ, ਏਕ ਬਾਰ ਤਿਨਕੇ ਹਿਤ ਲਾਗੀ, ਧਰਿਓ ਸਰੀਰ ਭਗਤ ਅਨੁਰਾਗੀ। ਅਰਥ, ਭਗਵਾਨ ਦੇ ਹੱਥੋਂ ਮਾਰੇ ਜਾਣ ਤੇ ਵੀ ਉਹ ਮੁਕਤ ਨਾ ਹੋਏ, ਕਿਉਂਕਿ ਬ੍ਰਾਹਮਣ ਦਾ ਸਰਾਪ 3 ਜਨਮਾਂ ਵਾਸਤੇ ਸੀ। ਹਾਲਾਂ ਇੱਕ ਵੇਰਾ ਭਗਤਾਂ ਦੇ ਪਿਆਰੇ ਭਗਵਾਨ ਨੇ ਅਵਤਾਰ ਲਿਆ। ਤੁਲਸੀਦਾਸ ਜੀ ਨੇ ਰਾਮਾਇਣ ਗਾਥਾ ਲਿਖਣ ਸਮੇਂ ਆਪਣੇ ਪੁਰਾਤਨ ਬ੍ਰਾਹਮਣ ਵਡੇਰਿਆਂ ਦਾ ਬਣਾਇਆ ਧਰਮ ਗ੍ਰੰਥਾਂ ਦਾ ਲਿਖਣ ਢੰਗ ਹੀ ਵਰਤਿਆ ਹੈ। ਇਸ ਪ੍ਰਸਿੱਧ ਵਿਦਵਾਨ ਤੁਲਸੀਦਾਸ ਨੇ ਵੀ ਸਾਰਾ ਝੂਠ ਭਗਵਾਨ ਸ਼ਿਵ ਜੀ ਦੇ ਮੂੰਹੋਂ ਅਖਵਾਇਆ ਹੈ। ਆਪਣੀ ਪਤਨੀ ਭਗਵਤੀ ਅਥਾ ਪਾਰਵਤੀ ਨੂੰ ਰਾਮ ਰਥ ਜੀ ਦੀ ਮਹਿਮਾ ਸੁਣਾਉਂਦੇ ਹੋਏ ਸ਼ਿਵ ਜੀ ਪ੍ਰਭੂ ਦੇ ਅਵਤਾਰਾਂ ਦਾ ਵੇਰਵਾ ਸਮਝਾ ਰਹੇ ਸਨ, ਪਰ ਬ੍ਰਾਹਮਣ ਦੀ ਸਰਬ ਉਜਤਾ ਹੋਰ ਵੀ ਵੱਧ ਪੱਕੀ ਕਰਨੀ ਨਾ ਭੁੱਲੇ। ਲਿਖਿਆ ਹੈ ਕਿ ਇੱਕ ਵਾਰ ਕੋਈ ਬ੍ਰਾਹਮਣ ਭਗਵਾਨ ਨੂੰ ਮਿਲਣ ਗਿਆ ਤਾਂ ਮਹੱਲ ਦੇ ਦਵਾਰਪਾਲਾਂ ਨੇ ਬਿਨਾਂ ਆਗਿਆ ਦੇ ਅੰਦਰ ਜਾਣ ਤੋਂ ਰੋਕਿਆ। ਬ੍ਰਾਹਮਣ ਨੇ ਕ੍ਰੋਧਵਾਨ ਹੋ ਕੇ ਦੋਹਾਂ ਦਵਾਰਪਾਲਾਂ ਨੂੰ 3 ਜਨਮਾਂ ਲਈ ਰਾਖਸ਼ ਬਣੇ ਰਹਿਣ ਦਾ ਸਰਾਪ ਦੇ ਦਿੱਤਾ। ਬ੍ਰਾਹਮਣ ਦੇ ਸਰਾਪ ਦੇ ਅੱਗੇ ਪਰਮਾਤਮਾ ਦੀ ਵੀ ਕੋਈ ਪੇਸ਼ ਨਾ ਗਈ, ਸਗੋਂ ਨਿਰਆਕਾਰ ਮੰਨੇ ਗਏ ਪਰਮਾਤਮਾ ਨੂੰ ਆਪ ਵੀ ਇੱਕ ਵਾਰ ਨਰਸਿੰਘ ਉਤਲਾ ਹਿੱਸਾ ਸ਼ੇਰ ਦਾ ਤੇ ਹੇਠਲਾ ਮਨੁੱਖ ਦਾ ਬਣਨਾ ਪਿਆ ਅਤੇ ਦੂਜੀ ਵਾਰ ਸੂਰ ਬਣਨਾ ਪਿਆ। ਬ੍ਰਾਹਮਣ ਦੇ ਸਰਾਪ ਦੀ ਸੱਤਿਆ ਅੱਗੇ ਭਗਵਾਨ ਦੀ ਸ਼ਕਤੀ ਵੀ ਮਾਤ ਪੈ ਗਈ। ਭਗਵਾਨ ਦੇ ਹੱਥੀਂ ਮਾਰੇ ਜਾਣ ਤੇ ਵੀ ਉਹ ਦੈਂਤ ਮੁਕਤ ਨਾ ਹੋ ਸਕੇ। ਵਿਪਰ ਦੀ ਕਰੋਪੀ ਸਾਹਮਣੇ ਭਗਵਾਨ ਆਪਣੇ ਸੇਵਕਾਂ ਦੀ ਵੀ ਰੱਖਿਆ ਨਾ ਕਰ ਸਕਿਆ। ਬ੍ਰਾਹਮਣ ਦੀ ਸ਼ਕਤੀ ਦਾ ਭੈ ਲੋਕਾਂ ਦੇ ਮਨਾਂ ਵਿੱਚ ਪੱਕਾ ਕਰਨ ਵਾਸਤੇ ਅਣਹੋਣੀਆਂ ਅਤੇ ਕਾਦਰ ਦੀ ਕੁਦਰਤ ਦੇ ਅਟਲ ਨੇਮ ਦੀ ਖੰਡਨਾ ਕਰਨ ਵਾਲੀਆਂ ਕਥਾ ਕਹਾਣੀਆਂ ਲਿਖੀਆਂ ਗਈਆਂ, ਪਰ ਭੋਲੇ ਅਤੇ ਵਿਦਿਆ ਤੋਂ ਕੋਰੇ ਮਨੁੱਖ ਨੇ ਬ੍ਰਾਹਮਣ ਦਾ ਲਿਖਿਆ ਸਭ ਕੁਝ ਸੱਚ ਮੰਨ ਕੇ ਧਰਮ ਦਾ ਅੰਗ ਸਮਝ ਲਿਆ। ਦੂਰ ਰਸ ਸਿੱਟਿਆਂ ਵਾਲੀ ਯੋਜਨਾ ਬਣਾ ਸਕਣ ਵਿੱਚ ਨਿਪੁੰਨ
ਵਿਦਵਾਨ ਬ੍ਰਾਹਮਣ ਨੇ ਆਪਣੇ ਹੱਥੀਂ ਲਿਖੇ ਸਾਰੇ ਧਰਮ ਗ੍ਰੰਥਾਂ ਵਿੱਚ ਇਸੇ ਢੰਗ ਦਾ ਹੋਰ ਕਈ ਕੁਝ ਲਿਖ ਕੇ ਆਪਣੇ ਵਰਨ ਦੇ ਸਾਰੇ ਜੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰ ਲਿਆ। ਪੜ੍ਹੇ ਲਿਖੇ ਅਥਵਾ ਚਤੁਰ ਬ੍ਰਾਹਮਣ ਨੂੰ ਤਾਂ ਕੋਈ ਥੋੜ ਹੈ ਹੀ ਨਹੀਂ ਸੀ, ਪਰ ਹੁਣ ਆਪਣੀ ਵਿਦਿਆ ਦੀ ਕਰਾਮਾਤ ਨਾਲ ਮੂਰਖ, ਬਦ ਚਲਣ, ਜ਼ਾਲਮ ਅਥਵਾ ਪਾਪੀ ਬ੍ਰਾਹਮਣ ਵਾਸਤੇ ਵੀ ਅਜਿਹਾ ਕੋਟ ਕਿਲ੍ਹਾ ਗੜ੍ਹ ਉਸਾਰ ਲਿਆ ਜਿਸ ਨੂੰ ਸਰ ਕਰਕੇ ਕਿਸੇ ਵੀ ਦੋਸ਼ੀ ਅਥਵਾ ਅਪਰਾਧੀ ਬ੍ਰਾਹਮਣ ਤੱਕ ਪੁੱਜ ਸਕਣਾ ਸ਼ਕਤੀਸ਼ਾਲੀ ਮਹਾਰਾਜੇ ਵਾਸਤੇ ਵੀ ਅਸੰਭਵ ਹੋ ਗਿਆ ਸੀ। ਪਰਲੇ ਦਰਜੇ ਦਾ ਚਪਲ ਬੁੱਧੀ ਬਿੱਪਰ ਸ਼ੂਦਰ ਦੁਆਰਾ ਕੀਤੀ ਜਾ ਰਹੀ ਸੇਵਾ ਤੋਂ ਅਵੇਸਲਾ ਨਹੀਂ ਸੀ। ਘਰਾਂ ਤੇ ਬਸਤੀਆਂ ਦੀਆਂ ਗਲੀਆਂ ਦਾ ਮਲ ਮੂਤਰ ਸਾਫ਼ ਕਰਨਾ, ਮਰੇ ਹੋਏ ਪਸ਼ੂਆਂ ਨੂੰ ਚੁੱਕ ਕੇ ਬਸਤੀ ਤੋਂ ਦੂਰ ਲੈ ਜਾਣਾ ਅਤੇ ਸੜਾਂਧ ਨਾਲ ਉਪਜਣ ਵਾਲੇ ਰੋਗਾਂ ਦੀ ਸੰਭਾਵਨਾ ਤੋਂ ਲੋਕਾਂ ਦੀ ਰੱਖਿਆ ਕਰਨੀ, ਮਰੇ ਪਸ਼ੂਆਂ ਦੀ ਖੱਲ ਲਾ ਕੇ ਚਮੜੇ ਨੂੰ ਜੁੱਤੀਆਂ ਆਦਿ ਲੋੜੀਂਦੀਆਂ ਵਸਤੂਆਂ ਤਿਆਰ ਕਰ ਸਕਣ ਯੋਗ ਬਣਾਉਣਾ, ਘਿਰਣਤ ਅਤੇ ਸੜਾਂਧ ਮਾਰਦੇ ਵਾਤਾਵਰਣ ਵਿੱਚ ਅਜਿਹੀ ਸੇਵਾ ਇਸ ਸੰਤੋਖੀ ਅਤੇ ਸਾਬਰ ਸ਼ੂਦਰ ਦੇ ਸਿਵਾ ਹੋਰ ਕੌਣ ਕਰ ਸਕਦਾ ਸੀ। ਘਰਾਂ ਦੇ ਗੰਦੇ ਕੱਪੜੇ ਧੋਣੇ, ਕੱਪੜਾ ਬੁਣਨਾ ਅਤੇ ਹੋਰ ਬੇਅੰਤ ਬੁੱਤੀਆਂ ਕਰਨ ਦੀਆਂ ਲੋੜਾਂ ਸਿਰਫ ਸ਼ੂਦਰ ਹੀ ਨੇਪਰੇ ਚਾੜ੍ਹਦਾ ਸੀ। ਹਾਏ ਕਿਤੇ ਅੱਜ ਦਾ ਇਹ ਨਿਸ਼ਕਾਮ ਸੇਵਕ ਕਦੇ ਕਿਸੇ ਸਥਿਤੀ ਕਾਰਨ ਵਿਦਰੋਹ ਕਰਨ ਬਾਰੇ ਨਾ ਸੋਚ ਲਵੇ। ਗੰਦ ਚੁੱਕਣਾ ਪੈ ਜਾਣ ਦੇ ਖਿਆਲ ਨਾਲ ਹੀ ਮਹਾਂਗਿਆਨੀ ਅਤੇ ਚਿੱਟ ਕੱਪੜੀਏ ਪ੍ਰੋਧ ਜੀ ਨੂੰ ਕੰਬਣੀ ਆ ਗਈ। ਸ਼ੂਦਰ ਦੇ ਅੰਦਰੋਂ ਸਵੈ ਸਤਕਾਰ ਅਤੇ ਸਵੈ ਮਾਣ ਦੀ ਭਾਵਨਾ ਪੈਦਾ ਹੋ ਸਕਣ ਦੀ ਸੰਭਾਵਨਾ ਸਦਾ ਲਈ ਮੁਕਾ ਦੇਣ ਦੀ ਯੋਜਨਾ ਬਣ ਗਈ। ਸ਼ੂਦਰ ਨੂੰ ਅੱਤ ਦਰਜੇ ਦਾ ਨੀਚ ਅਤੇ ਪਸ਼ੂ ਤੋਂ ਵੀ ਭੈੜਾ ਅਤੇ ਘਿਰਣਾਯੋਗ ਜੀਵ ਸਿੱਧ ਕਰਨ ਵਾਸਤੇ ਵੀ ਧਰਮ ਗ੍ਰੰਥਾਂ ਦੀ ਹੀ ਵਰਤੋਂ ਕਰਨੀ ਲਾਹੇਵੰਦ ਸਮਝੀ ਗਈ। ਲਿਖਣ ਢੰਗ ਨੂੰ ਬਹੁਤਾ ਅਸਰਦਾਰ ਬਣਾਉਣ ਵਾਸਤੇ ਸਰਬ ਉੱਚ ਪਦਵੀ ਉੱਤੇ ਪੁੱਜ ਚੁੱਕੇ ਬ੍ਰਾਹਮਣ ਨੇ ਸ਼ੂਦਰ ਦਾ ਟਾਕਰਾ ਹਰ ਥਾਂ ਆਪਣੇ ਨਾਲ ਕੀਤਾ। ਛਤਰੀ ਅਤੇ ਵੈਸ਼ ਨੂੰ ਇਹਨਾਂ ਲਿਖਤਾਂ ਵਿੱਚ ਬੜਾ ਘੱਟ ਲਿਆਂਦਾ। ਜਿਵੇਂ ਕਿ ਚੰਦਰਗੁਪਤ ਮੌਰੀਆ ਕਰੀਬ 2230 ਸਾਲ ਪਹਿਲਾਂ ਹਿੰਦ ਦਾ ਸਮਰਾਟ ਰਿਹਾ ਹੈ, ਦਾ ਮੁੱਖ ਮੰਤਰੀ ਵਿਸ਼ਨੂੰ ਗੁਪਤ ਚਾਣਕਿਆ ਬੜਾ ਵਿਦਵਾਨ ਬ੍ਰਾਹਮਣ ਸੀ। ਉਸ ਨੇ ਚਾਣਕਿਆ ਨੀਤੀ ਗ੍ਰੰਥ ਵਿੱਚ ਲਿਖਿਆ ਹੈ ਕਿ ਬ੍ਰਾਹਮਣ ਭਾਵੇਂ ਕਿੱਡਾ ਵੀ ਮੂਰਖ, ਵਿਦਿਆਹੀਣ ਅਤੇ ਦੁਰਾਚਾਰੀ ਹੋਵੇ, ਉਹ ਫਿਰ ਵੀ ਆਦਰਯੋਗ ਹੈ, ਪਰ ਟਾਕਰੇ ਤੇ ਸ਼ੂਦਰ ਭਾਵੇਂ ਕਿੱਡਾ ਵੀ ਵਿਦਵਾਨ ਅਤੇ ਧਰਮਾਤਮਾ ਹੋਵੇ, ਉਸ ਦਾ ਆਦਰ ਨਾ ਕੀਤਾ ਜਾਵੇ। ਬ੍ਰਾਹਮਣ ਕਿਸੇ ਵੀ ਵਰਨ ਦੀ ਇਸਤਰੀ ਨਾਲ ਸ਼ਾਦੀ ਜਾਂ ਛੇੜਖਾਨੀ ਕਰ ਸਕਦਾ ਹੈ, ਪਰ ਸ਼ੂਦਰ ਦੇ ਘਰ ਜੇ ਖੂਬਸੂਰਤ ਇਸਤਰੀ ਹੋਵੇ ਤਾਂ ਬ੍ਰਾਹਮਣ ਨੂੰ ਦੇ ਦੇਵੇ। ਪਰ ਕਿਸ ਕਾਰਨ ਸ਼ੂਦਰ ਆਪਣੀ ਪਿਆਰੀ ਧਰਮ ਪਤਨੀ ਬ੍ਰਾਹਮਣ ਨੂੰ ਦੇ ਦੇਵੇ, ਅਜਿਹਾ ਸਵਾਲ ਕੌਣ ਕਰ ਸਕਦਾ ਸੀ। ਰਾਮਚਰਿਤਮਾਨਸ ਵਿੱਚ ਪੰਡਤ ਤੁਲਸੀਦਾਸ ਨੇ ਲਿਖਿਆ ਹੈ ਕਿ ਬ੍ਰਾਹਮਣ ਨੇਕੀ ਅਤੇ ਪੁੰਨ ਦੇ ਰੁੱਖ ਦੀ ਜੜ੍ਹ ਹੈ ਅਤੇ ਹਰ ਪ੍ਰਕਾਰ ਦੇ ਪਾਪ ਨੂੰ ਨਾਸ ਕਰਨ ਵਾਲਾ ਹੈ। ਭਾਵ ਕੇਵਲ ਬ੍ਰਾਹਮਣ ਨੂੰ ਖੁਸ਼ ਰੱਖਣ ਦੀ ਲੋੜ ਹੈ, ਫਿਰ ਜਿੰਨੇ ਮਰਜ਼ੀ ਹੈ ਪਾਪ ਕਰੀ ਜਾਓ। ਰੱਬੀ ਦਰਬਾਰ ਵੱਲੋਂ ਕਿਸੇ ਕਰੋਪੀ ਦਾ ਕੋਈ ਡਰ ਨਹੀਂ, ਬੇੜਾ ਪਾਰ ਹੀ ਸਮਝੋ। ਬ੍ਰਾਹਮਣ ਭਾਵੇਂ ਗੁਣਹੀਣ ਅਤੇ ਪਰਲੇ ਦਰਜੇ ਦਾ ਪਾਪੀ ਹੋਵੇ, ਉਹ ਤਦ ਵੀ ਆਦਰ ਤੇ ਸਤਿਕਾਰ ਦਾ ਅਧਿਕਾਰੀ ਹੈ। ਪਰ ਟਾਕਰੇ ਤੇ ਸ਼ੂਦਰ ਭਾਵੇਂ ਕਿੰਨਾ ਵੀ ਵਿਦਵਾਨ, ਭਗਤ ਤੇ ਦਾਨ ਪੁੰਨ ਕਰਨ ਵਾਲਾ ਹੋਵੇ, ਫਿਰ ਵੀ ਉਸ ਦਾ ਆਦਰ ਕਦੇ ਨਹੀਂ ਕਰਨਾ ਚਾਹੀਦਾ। ਅਤੇ ਇਹ ਵੀ ਲਿਖਿਆ ਹੈ ਕਿ ਸ਼ੂਦਰ ਕੁੱਤੇ ਨਾਲੋਂ ਵੀ ਭੈੜੇ ਸਲੂਕ ਦਾ ਹੱਕਦਾਰ ਹੈ। ਮਰਿਆਦਾ ਪਰਸ਼ੋਤਮ ਰਾਮ ਨੇ ਇੱਕ ਸ਼ੂਦਰ ਨੂੰ ਸਿਰਫ ਇਸ ਕਸੂਰ ਬਦਲੇ ਕਤਲ ਕਰ ਦਿੱਤਾ ਸੀ ਕਿਉਂਕਿ ਉਸ ਨੇ ਲੋਕ ਛਿਪ ਕੇ ਰੱਬ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਸੇਵਾ ਦੇ ਬਦਲੇ ਸ਼ੂਦਰ ਨੂੰ ਪਾਟੇ ਪੁਰਾਣੇ ਕੱਪੜੇ ਅਤੇ ਟੁੱਟੇ ਭੱਜੇ ਭਾਂਡੇ ਦੇਣ ਦਾ ਵਿਧਾਨ ਬਣਾਇਆ। ਸ਼ੂਦਰਾਂ ਲਈ ਬਸਤੀਆਂ ਹਟਵੀਆਂ ਅਤੇ ਰਸਤੇ ਅਲੱਗ ਸਨ। ਜੇ ਬ੍ਰਾਹਮਣ ਵਾਲੇ ਰਸਤੇ ਤੇ ਤੁਰਨਾ ਹੋਵੇ ਤਾਂ ਸ਼ੂਦਰ ਆਪਣੇ ਮੂੰਹ ਨਾਲ ਟਿੰਡ ਬੰਨ੍ਹ ਲਵੇ ਅਤੇ ਆਪਣੇ ਪਿੱਛੇ ਪੂਛਲ ਵਾਂਗ ਤਕੜਾ ਝਾੜੂ ਬੰਨ੍ਹੀ ਰੱਖੇ ਤਾਂ ਜੋ ਉਸ ਦੇ ਪੈਰਾਂ ਦੇ ਨਿਸ਼ਾਨ ਰਸਤੇ ਤੇ ਨਾਲੋਂ ਨਾਲ ਮਿਟ ਜਾਇਆ ਕਰਨ। ਸ਼ੂਦਰ ਆਪਣੇ ਮੱਥੇ ਦੁਆਲੇ ਇੱਕ ਚਿੱਟਾ ਪਟਕਾ ਬੰਨ੍ਹੀ ਰੱਖੇ ਤਾਂ ਜੋ ਦੂਰੋਂ ਪਛਾਣਿਆ ਜਾ ਸਕੇ। ਕਿਸੇ ਧਰਮ ਅਸਥਾਨ ਦੇ ਅੰਦਰ ਜਾ ਸਕਣਾ ਤਾਂ ਦੂਰ ਦੀ ਗੱਲ ਸੀ,
ਸ਼ੂਦਰ ਦਾ ਪਰਛਾਵਾਂ ਵੀ ਮੰਦਰ ਦੇ ਨੇੜੇ ਨਹੀਂ ਸੀ ਜਾ ਸਕਦਾ। ਵੇਦ ਮੰਤਰ ਸੁਣ ਲੈਣ ਦਾ ਅਪਰਾਧ ਹੋ ਜਾਣ ਨਾਲ ਸ਼ੂਦਰ ਦੇ ਕੰਨ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਜੇ ਕਿਤੇ ਕੋਈ ਸ਼ੂਦਰ ਵੇਦ ਮੰਤਰ ਉਚਾਰਦਾ ਫੜਿਆ ਜਾਵੇ ਤਾਂ ਉਸ ਦੀ ਜ਼ਬਾਨ ਕੱਟ ਦਿੱਤੀ ਜਾਂਦੀ ਸੀ। ਜੇ ਕਦੇ ਭੁਲੇਖੇ ਨਾਲ ਸ਼ੂਦਰ ਦਾ ਹੱਥ ਬ੍ਰਾਹਮਣ ਦੀ ਰਸੋਈ ਨੂੰ ਲੱਗ ਜਾਵੇ ਤਾਂ ਅੰਦਰ ਦਾ ਰਾਸ਼ਨ ਬ੍ਰਾਹਮਣ ਦੇ ਖਾਣ ਕਾਬਲ ਨਹੀਂ ਸੀ ਰਹਿ ਜਾਂਦਾ ਤੇ ਉਸ ਰਾਸ਼ਨ ਨੂੰ ਸੁਟਵਾ ਦਿੱਤਾ ਜਾਂਦਾ ਸੀ। ਬ੍ਰਾਹਮਣ ਦੇ ਚੌਂਕੇ ਵਿੱਚੋਂ ਰੋਟੀਆਂ ਅਥਵਾ ਦਾਲ ਭਾਜੀ ਜੂਠੀ ਕਰ ਦੇਣ ਵਾਲਾ ਅਤੇ ਬ੍ਰਾਹਮਣ ਦੇ ਘਰੇ ਹੀ ਗੰਦ ਖਿਲਾਰੀ ਰੱਖਣ ਵਾਲਾ ਕੁੱਤਾ ਉਸ ਸ਼ੂਦਰ ਨਾਲੋਂ ਕਿਤੇ ਚੰਗਾ ਸੀ, ਜਿਹੜਾ ਬ੍ਰਾਹਮਣ ਦੇ ਘਰ ਦੀ ਸਫਾਈ ਕਰਕੇ ਗੰਦ ਨੂੰ ਬਾਹਰ ਸੁੱਟ ਕੇ ਘਰ ਦੇ ਵਾਯੂਮੰਡਲ ਨੂੰ ਅਰੋਗ ਬਣਾਉਂਦਾ ਸੀ। ਸ਼ੂਦਰ ਦੀ ਜ਼ਿੰਦਗੀ ਪਸ਼ੂਆਂ ਤੋਂ ਵੀ ਭੈੜੀ ਬਣਾ ਦਿੱਤੀ ਗਈ ਅਤੇ ਉਸ ਦੇ ਅੰਦਰ ਹੀਣਤਾ ਦੀ ਭਾਵਨਾ ਕੁੱਟ-ਕੁੱਟ ਕੇ ਭਰ ਦਿੱਤੀ ਗਈ ਸੀ। ਦੇਸ਼ ਦੀ ਆਜ਼ਾਦੀ ਮਗਰੋਂ ਸਮਾਜ ਸੁਧਾਰ ਦੇ ਲੇਬਲ ਵਾਲੀਆਂ ਕਈ ਸੰਸਥਾਵਾਂ ਅਥਵਾ ਕਮੇਟੀਆਂ ਬਣੀਆਂ। ਛੂਤ-ਛਾਤ ਜਾਂ ਭਿੱਟ ਮੰਨਣੀ ਕਾਨੂੰਨੀ ਅਪਰਾਧ ਮੰਨ ਕੇ ਭਿੱਟ ਕਰਨ ਵਾਲਿਆਂ ਨੂੰ ਕੈਦ ਵੀ ਹੋਈ, ਪਰ ਅੱਜ ਵੀ ਸ਼ੂਦਰ ਦੇ ਵਤੀਰੇ ਵਿੱਚੋਂ ਹੀਣਤਾ ਦੀ ਭਾਵਨਾ ਵੇਖੀ ਜਾ ਸਕਦੀ ਹੈ। ਇਹ ਹੈ ਬ੍ਰਾਹਮਣੀ ਰੀਤ ਨਾਲ ਬਣੇ ਛੂਤ-ਛਾਤ ਦੇ ਟੀਕੇ ਦਾ ਅਸਰ, ਜੋ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਲੱਗਾ ਸੀ। ਮਨੂ ਸਿਮਰਤੀ ਗ੍ਰੰਥ, ਜੋ ਹਿੰਦੂ ਧਰਮ ਦਾ ਕਾਨੂੰਨ ਮੰਨਿਆ ਜਾਂਦਾ ਹੈ, ਦੇ ਅਨੁਸਾਰ ਖਟ ਕਰਮ ਸਿਰਫ ਬ੍ਰਾਹਮਣ ਹੀ ਕਰ ਸਕਦਾ ਹੈ। ਕਰ ਕਿਰਿਆ ਖਟ ਕਰਮ ਕਰੰਤਾ ਸੋ ਪੁਰਖ। ਖਟ ਦਾ ਅਰਥ 6 ਹੈ। ਬ੍ਰਾਹਮਣ ਨੂੰ ਮਿਲੇ 6 ਕਰਮਾਂ ਵਾਲੇ ਉਹ ਅਧਿਕਾਰ ਇਸ ਪ੍ਰਕਾਰ ਹਨ। ਨੰਬਰ 1 ਜੱਗ ਕਰਨਾ, ਨੰਬਰ 2 ਜੱਗ ਕਰਵਾਉਣਾ, ਨੰਬਰ 3 ਦਾਨ ਲੈਣਾ। ਮਾਇਆ ਅਥਵਾ ਪਦਾਰਥਾਂ ਦਾ ਦਾਨ ਸਿਰਫ ਬ੍ਰਾਹਮਣ ਹੀ ਲੈ ਸਕਦਾ ਸੀ। ਨੰਬਰ 4 ਦਾਨ ਦੇਣਾ। ਵੇਦ ਮੰਤਰਾਂ ਦੇ ਗਿਆਨ ਦਾ ਦਾਨ ਸਿਰਫ ਬ੍ਰਾਹਮਣ ਹੀ ਕਰ ਸਕਦਾ ਸੀ। ਨੰਬਰ 5 ਵਿਦਿਆ ਪੜ੍ਹਨਾ ਅਤੇ ਨੰਬਰ 6 ਵਿਦਿਆ ਪੜ੍ਹਾਉਣਾ। ਵਿਦਿਆ ਦਾ ਪੂਰਨ ਤੌਰ ਤੇ ਮਾਲਕ ਕੇਵਲ ਅਤੇ ਕੇਵਲ ਬ੍ਰਾਹਮਣ ਹੀ ਸੀ। ਦਿਲ ਕਰੇ ਤਾਂ ਕਿਸੇ ਨੂੰ 2 ਅੱਖਰ ਪੜ੍ਹਾ ਦੇਵੇ ਤੇ ਭਾਵੇਂ ਨਾ ਪੜ੍ਹਾਏ। ਆਪਣੇ ਵਿਛਾਏ ਜਾਲ ਵਿੱਚ ਸਦਾ ਲਈ ਫਸਾਈ ਰੱਖਣ ਲਈ ਜਨਤਾ ਨੂੰ ਵਿਦਿਆ ਤੋਂ ਕੋਰੀ ਰੱਖਣਾ ਬੜਾ ਜ਼ਰੂਰੀ ਸਮਝਿਆ ਗਿਆ। ਕੁਝ ਗਿਣੇ ਮਿੱਥੇ ਛਤਰੀ ਘਰਾਣਿਆਂ ਦੇ ਬੱਚਿਆਂ ਅਤੇ ਆਪਣੀ ਔਲਾਦ ਦੇ ਸਿਵਾਏ ਬਾਕੀ ਸਾਰੀ ਜਨਤਾ ਨੂੰ ਕੋਰੀ ਅਨਪੜ੍ਹ ਰੱਖਣ ਵਿੱਚ ਬਿੱਪਰ ਜੀ ਨੇ ਆਤਮਿਕ ਸੁੱਖ ਮਾਣਿਆ। ਸ਼ੁਗਲੀ ਟੋਲੇ ਨੇ ਇੱਕ ਲਘੂ ਗਾਥਾ ਪ੍ਰਚਲਿਤ ਕਰ ਲਈ, ਜੋ ਲਗਭਗ ਇਸ ਤਰ੍ਹਾਂ ਸੀ। ਇੱਕ ਬ੍ਰਾਹਮਣ ਜੀ ਕਿਸੇ ਦੂਜੇ ਪਿੰਡ ਬ੍ਰਾਹਮਣਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਖੋਤੇ ਤੇ ਅਸਵਾਰ ਹੋ ਕੇ ਜਾਇਆ ਕਰਦੇ ਸਨ। ਇੱਕ ਦਿਨ ਮੌਕਾ ਤਾੜ ਕੇ ਖੋਤੇ ਨੇ ਆਪਣੇ ਸ਼ਾਹ ਅਸਵਾਰ ਪੰਡਤ ਜੀ ਤੋਂ ਪੁੱਛ ਲਿਆ, ਮਿਸਰ ਜੀ, ਆ ਤੁਸੀਂ ਮੇਰੇ ਉੱਤੇ ਚੜ੍ਹ ਕੇ ਰੋਜ਼ ਕਿੱਥੇ ਜਾਂਦੇ ਹੋ? ਭਾਈ ਹਮ ਉਧਰ ਵਿਦਿਆलय में विद्या दान करने जाते हैं। ये विद्या दान की शय होती है जी? अरे मूर्ख, हम उधर बच्चों को विद्या पढ़ाते हैं। विद्या पढ़ने नाल की होता है मेरे मालको? भाई विद्या पढ़ने से अकल आ जाती है। अकल आ जाने नाल की होता है जी? अरे भाई, जे अकल ही तो है जो हम तुम्हारे ऊपर चढ़े फिरते हैं, ਤਾਂ ਫਿਰ ਕਿਰਪਾ ਕਰਕੇ 2 ਅੱਖਰ ਆਪਣੇ ਇਸ ਸੇਵਕ ਦੀ ਖੋਪੜੀ ਵਿੱਚ ਵੀ ਵਾੜ ਦਿਓ। ਕਿਉਂ? ਮੇਰੇ ਉੱਪਰ ਸਵਾਰ ਹੋਣੇ का विचार है। ਉੱਚ ਕੋਟੀ ਦੇ ਵਿਦਵਾਨ ਪਰ ਏਕ ਪਿਤਾ ਏਕ ਸਕੇ ਹਮ ਬਾਰਕ ਦੇ ਪਾਵਨ ਰਿਸ਼ਤੇ ਨੂੰ ਸਮਝ ਸਕਣ ਵਾਲੀ ਭਾਵਨਾ ਦੀ ਅਣਹੋਂਦ ਵਾਲੇ ਬ੍ਰਾਹਮਣ ਨੇ ਪ੍ਰਭੂ ਪਿਤਾ ਦੀ ਔਲਾਦ ਨੂੰ, ਜੋ ਉਸੇ ਇੱਕ ਨੂਰ ਤੋਂ ਪੈਦਾ ਹੋਈ ਹੋਣ ਕਰਕੇ ਆਪਸੀ ਬਰਾਬਰਤਾ ਦਾ ਹੱਕ ਰੱਖਦੀ ਸੀ, ਨੂੰ ਧੜਿਆਂ ਵਿੱਚ ਵੰਡ ਕੇ ਲੀਰੋ ਲੀਰ ਕਰ ਦਿੱਤਾ। ਅਵਲ ਅੱਲਾ ਨੂਰ ਉਹ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪੰਨਾ 1349। ਇਸ ਕੀਮਤੀ ਅਤੇ ਸਦੀਵੀ ਸੱਚ ਵਾਲੇ ਉਪਦੇਸ਼ ਨੂੰ ਤਾਂ ਬ੍ਰਾਹਮਣ ਨੇ ਅੱਜ ਤਾਈਂ ਵੀ ਨਹੀਂ ਸਮਝਿਆ ਅਤੇ ਫਿਰ ਛੂਤ-ਛਾਤ ਦਾ ਭੂਤ ਵਾੜ ਕੇ ਕੌਮ ਨੂੰ ਤਰਸਯੋਗ ਹਾਲਤ ਤਾਈਂ ਕਮਜ਼ੋਰ ਕਰਨ ਦਾ ਘਿਣਾਵਣਾ ਪਾਪ ਵੀ ਕੀਤਾ। ਨਿਆਰੀ ਬੁੱਧੀ ਦੇ ਮਾਲਕ ਇਸ ਬ੍ਰਾਹਮਣ ਨੇ ਨੀਚਤਾ ਵਾਲੇ ਸਾਰੇ ਕੰਮ ਸਿਰਫ ਸਵਾਰਥ ਸਿੱਧੀ ਨੂੰ ਮੁੱਖ ਰੱਖ ਕੇ ਕੀਤੇ। ਪਾਟੋ ਧਾੜ ਵਾਲੇ ਇਸ ਨੀਚ ਕਾਰੇ ਤੋਂ ਹੋਣ ਵਾਲੇ ਕੌਮੀ ਨੁਕਸਾਨ ਦਾ ਬਿੱਪਰ ਨੂੰ ਪੂਰਾ ਅਨੁਭਵ ਸੀ। ਕਦੇ ਕਿਸੇ ਸਮੇਂ ਸੰਸਾਰ ਕਿਤੇ ਮੇਰੀ ਬਦਨਾਮੀ ਨਾ ਕਰਨ ਲੱਗ ਪਵੇ,
ਬ੍ਰਾਹਮਣ ਨੇ ਫੈਸਲਾ ਕਰ ਲਿਆ ਕਿ ਅਜਿਹੇ ਖਤਰੇ ਵਾਲੇ ਅਨੁਭਵ ਦੇ ਪੈਦਾ ਹੋਣ ਦੀ ਗੁੰਜਾਇਸ਼ ਨਹੀਂ ਰਹਿਣ ਦੇਣੀ ਚਾਹੀਦੀ। ਉਸ ਦੀ ਵਿਦਿਆ ਦੀ ਸ਼ਕਤੀ ਦਾ ਹੀ ਕਮਾਲ ਹੈ ਕਿ ਉਸ ਨੇ ਵਰਨਮੰਡ ਅਤੇ ਛੂਤ-ਛਾਤ ਵਰਗੇ ਪਾਪ ਕਰਮ ਦੀ ਜ਼ਿੰਮੇਵਾਰੀ ਭਗਵਾਨ ਬ੍ਰਹਮਾ ਜੀ ਦੇ ਸਿਰ ਮੜ੍ਹ ਦਿੱਤੀ ਹੋਈ ਸੀ ਕਿ ਬ੍ਰਹਮਾ ਜੀ ਨੇ ਹੀ ਸ੍ਰਿਸ਼ਟੀ ਸਿਰਜਣਾ ਦੇ ਸਮੇਂ ਬ੍ਰਾਹਮਣ ਨੂੰ ਆਪਣੇ ਮੂੰਹ ਵਿੱਚੋਂ, ਛਤਰੀ ਬਾਹਾਂ ਵਿੱਚੋਂ, ਵੈਸ਼ ਲੱਤਾਂ ਵਿੱਚੋਂ ਅਤੇ ਸ਼ੂਦਰ ਪੈਰਾਂ ਵਿੱਚੋਂ ਪੈਦਾ ਕੀਤਾ ਸੀ, ਅਥਵਾ ਮਨੁੱਖਤਾ ਦਾ ਜਨਮ ਹੀ ਧੜਿਆਂ ਦੇ ਰੂਪ ਵਿੱਚ ਹੋਇਆ ਸੀ। ਫਿਰ ਬੜੀ ਵੱਡੇ ਕਮਾਲ ਦੀ ਗੱਲ ਇਹ ਹੈ ਕਿ ਬ੍ਰਾਹਮਣ ਦੀ ਸਿਫਤ ਅਤੇ ਸ਼ੂਦਰ ਦੀ ਨਿੰਦਿਆ ਵਾਲੇ ਸਾਰੇ ਦੇ ਸਾਰੇ ਗ੍ਰੰਥ ਦੇਵਤਿਆਂ ਦੇ ਲਿਖੇ ਦਰਸਾ ਕੇ ਬ੍ਰਾਹਮਣ ਆਪ ਹਰ ਪੱਖੋਂ ਪਾਕ ਪਵਿੱਤਰ ਅਤੇ ਨਿਸ਼ਪਾਪ ਬਣਿਆ ਰਹਿ ਕੇ ਲੋਕਾਂ ਵਿੱਚ ਸਰਬ ਉੱਚ ਪਦਵੀ ਤੇ ਬਿਰਾਜਮਾਨ ਹੋ ਗਿਆ। ਬ੍ਰਾਹਮਣ ਹੀ ਲੋਕਾਂ ਲਈ ਜਿਉਂਦਾ ਜਾਗਦਾ ਅਚੂਕ ਵਰਾਂ ਸਰਾਪਾਂ ਦਾ ਮਾਲਕ ਪ੍ਰਤੱਖ ਦੇਵਤਾ ਬਣ ਗਿਆ। ਵਿਦਿਆਹੀਣ ਜਨਤਾ ਦੀ ਪਿੱਠ ਤੇ ਤਕੜੇ ਭਾਰ ਦੀ ਛੱਟ ਲੱਦ ਕੇ ਇਸ ਨੂੰ ਖੋਤੇ ਵਾਂਗ ਵਾਹੁਣ ਦੀ ਹਜ਼ਾਰਾਂ ਸਾਲ ਪੁਰਾਣੀ ਨੀਤੀ ਦਾ ਸਿੱਟਾ ਹੈ ਕਿ ਫਰੰਗੀ ਤੋਂ ਆਜ਼ਾਦੀ ਮਿਲਣ ਉਪਰੰਤ ਅੱਜ ਤਾਈਂ 1993 ਤੱਕ ਭਾਰਤ ਉੱਤੇ ਵਾਸਤਵ ਵਿੱਚ ਬ੍ਰਾਹਮਣ ਦਾ ਹੀ ਰਾਜ ਹੈ। ਪ੍ਰਧਾਨ ਪ੍ਰੈਜ਼ੀਡੈਂਟ ਅਥਵਾ ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਮਹਿਕਮੇ ਦੀ ਕੁੰਜੀ ਬ੍ਰਾਹਮਣ ਦੇ ਹੀ ਹੱਥ ਵਿੱਚ ਹੈ। ਸਰਕਾਰੀ ਮਹਿਕਮਿਆਂ ਦੀਆਂ 100 ਵਿੱਚੋਂ ਲਗਭਗ 90 ਥਾਵਾਂ ਬਿੱਪਰ ਜੀ ਦੇ ਹੇਠਾਂ ਹੀ ਹਨ। ਪੁਰਾਣਕ ਬਿੱਪਰ ਦੀ ਵਿਦਿਆ ਦੀ ਕਰਾਮਾਤ ਦਾ ਇਹ ਪਹਿਲਾ ਪੱਖ ਹੈ। ਆਪਣੀ ਜਦ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਦੀਵੀਂ ਭਲਾਈ ਅਤੇ ਉੱਨਤੀ ਦੀ ਸੁਰੱਖਿਅਤਾ ਕਰ ਲੈਣ ਵਾਸਤੇ ਧਰਮ ਗ੍ਰੰਥਾਂ ਦੀ ਵਰਤੋਂ ਦੂਰ ਦ੍ਰਿਸ਼ਟ ਆਦਿ ਬ੍ਰਾਹਮਣ ਨੇ ਬੜੀ ਸਫਲਤਾ ਨਾਲ ਕਰ ਲਈ ਸੀ। ਪਰਿਵਾਰ ਦੀ ਭਲਾਈ ਅਥਵਾ ਫਿਰਕਾ ਪ੍ਰਸਤੀ ਦੇ ਸਫਲ ਯਤਨਾਂ ਦੀ ਅਜਿਹੀ ਮਿਸਾਲ ਸਾਰੀ ਦੁਨੀਆ ਵਿੱਚੋਂ ਨਹੀਂ ਮਿਲ ਸਕੇਗੀ। ਆਪੇ ਵਰਨਵੰਡ ਕੀਤੀ ਅਤੇ ਫਿਰ ਕਮਾਲ ਦੀ ਸਫਾਈ ਨਾਲ ਆਪ ਹੀ ਪੂਜਣਯੋਗ ਬ੍ਰਾਹਮਣ ਬਣ ਬੈਠਾ ਅਤੇ ਫਿਰ ਪਾਪ ਪੁੰਨ, ਝੂਠ ਸੱਚ ਸਾਰੀ ਦੀ ਸਾਰੀ ਜ਼ਿੰਮੇਵਾਰੀ ਦਾ ਭਾਂਡਾ ਵੀ ਆਪਣੇ ਹੀ ਬਣਾਏ ਬ੍ਰਹਮਾ ਅਤੇ ਮਨੂ ਦੇ ਸਿਰ ਬੜੀ ਸਫਲਤਾ ਨਾਲ ਭੰਨ ਦੇਣਾ ਆਰੰਭਕ ਬਿੱਪਰ ਦੀ ਵਿਦਿਆ ਦੀ ਦੂਜੀ ਅਨੂਪਮ ਕਰਾਮਾਤ ਹੈ। ਪਰ ਪਰਿਵਾਰ ਪਾਲਣ ਦੀ ਲਗਨ ਵਿੱਚ ਕੁਟਲਤਾ ਨਾਲ ਝੂਠ ਬੋਲ ਕੇ ਮਾਇਆ ਉਗਰਾਉਣ ਵਾਲੇ ਆਪ ਹੁਦਰੇ ਬਾਰੇ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ, ਮਨਮੁਖ ਦੂਜਾ ਭਰਮ ਹੈ, ਦੂਜੇ ਲੋਭਾਇਆ, ਕੂੜ ਕਪਟ ਕਮਾਮ ਦੇ ਕੂੜੋ ਆਲਾਇਆ, ਪੁੱਤਰ ਕਲੱਤਰ ਮੋਹੇਤ ਹੈ, ਸਭ ਦੁੱਖ ਸਬਾਇਆ, ਜਾਮਦਰ ਬੱਧੇ ਮਾਰੀਏ, ਭਰਮੇ ਭਰਮਾਇਆ, ਮਨਮੁਖ ਜਨਮ ਗਵਾਇਆ, ਨਾਨਕ ਹਰ ਪਾਇਆ। ਪੰਨਾ 1238। ਕਿਤਾਬ ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 9ਵਾਂ, ਦੂਜੇ ਕਾਂਡ ਦਾ 10ਵਾਂ ਭਾਗ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।